ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਉੱਤੇ ਜਦੋਂ ਕੋਈ ਮੁਸ਼ਕਿਲ ਆਣ ਬਣਦੀ ਹੈ ਤਾਂ ਉਸ ਵੇਲੇ ਬੁਲਾਇਆ ਜਾਂਦਾ ਹੈ ਸਰਬੱਤ ਖਾਲਸਾ। ਸਰਬੱਤ ਖਾਲਸਾ ਜੋ ਕਿ ਸਿੱਖ ਕੌਮ ਦੀ ਸਮੁੱਚੇ ਪੰਥ ਦੀ ਪ੍ਰਤੀਨਿਧਤਾ ਦਾ ਪ੍ਰਤੀਕ ਹੈ, ਇਸ ਵੇਲੇ ਖੂਬ ਚਰਚਾ ਵਿੱਚ ਹੈ। ਕਾਰਨ ਹੈ ਫਰਾਰ ਅੰਮ੍ਰਿਤਪਾਲ ਸਿੰਘ ਵੱਲੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਨੂੰ ਇਹ ਅਪੀਲ ਕਰਨਾ ਕਿ ਵਿਸਾਖੀ ਵਾਲੇ ਦਿਨ ਸਰਬੱਤ ਖਾਲਸਾ ਬੁਲਾਇਆ ਜਾਵੇ। ਕੀ ਸਰਬੱਤ ਖਾਲਸਾ ਅਜਿਹੇ ਮੌਕਿਆਂ ਦੇ ਦੌਰਾਨ ਬੁਲਾਇਆ ਜਾ ਸਕਦਾ ਹੈ? ਇਤਿਹਾਸ ਵਿੱਚ ਕਿਹੜੇ-ਕਿਹੜੇ ਸਮਿਆਂ ਦੇ ਦੌਰਾਨ ਸਰਬੱਤ ਖਾਲਸਾ ਬੁਲਾਇਆ ਗਿਆ ਸੀ ਤੇ ਕਿਸ ਤਰ੍ਹਾਂ ਦੇ ਗੁਰਮਤੇ ਸਰਬੱਤ ਖਾਲਸਾ ਦੇ ਦੌਰਾਨ ਲਏ ਗਏ ਸੀ ਔਰ ਕਿਹੜੇ-ਕਿਹੜੇ ਉਹ ਵੀ ਸਮਾਂ ਰਿਹਾ ਜਦੋਂ ਪਿਛਲੇ ਕੁਝ ਦਹਾਕਿਆਂ ਦੇ ਵਿੱਚ ਸਰਬੱਤ ਖਾਲਸਾ ਬੁਲਾਉਣ ਦੀ ਜ਼ਰੂਰਤ ਸੀ, ਪਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਾਹਿਬ ਵੱਲੋਂ ਸਰਬੱਤ ਖਾਲਸਾ ਨਹੀਂ ਬੁਲਾਇਆ ਗਿਆ। ਇਹ तमाम ਜਾਣਕਾਰੀ ਤੁਹਾਡੇ ਤੱਕ ਲੈ ਕੇ ਆਇਆ ਇਸ ਪੇਸ਼ਕਸ਼ ਦੇ ਜ਼ਰੀਏ। ਸਤਿ ਸ਼੍ਰੀ ਅਕਾਲ, ਮੇਰਾ ਨਾਮ ਹੈ ਅਰਪਨ ਕੌਰ ਤੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ। ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਕਿ ਆਖਿਰ ਸਰਬੱਤ ਖਾਲਸਾ ਕੀ ਹੈ। ਸਰਬੱਤ ਖਾਲਸਾ ਸਿੱਖ ਕੌਮ ਦੇ ਨੁਮਾਇੰਦਿਆਂ ਦਾ ਇੱਕ ਇਕੱਠ ਹੈ ਜਿਸ ਦੇ ਦੌਰਾਨ ਸਿੱਖ ਕੌਮ ਨੂੰ ਦਰਪੇਸ਼ ਮੁਸ਼ਕਿਲਾਂ ਜੋ ਉਸ ਵਕਤ ਦਾ ਸਾਹਮਣਾ ਕਰ ਰਹੀ ਹੁੰਦੀ ਹੈ ਕੌਮ, ਉਹਨਾਂ ਦਾ ਜ਼ਿਕਰ ਕਰਨਾ ਹੁੰਦਾ ਹੈ ਅਤੇ ਉਹਨਾਂ ਦੇ ਸੁਝਾਅ ਨੂੰ ਲੈ ਕੇ ਇੱਕ ਗੁਰਮਤਾ ਪਾਉਣਾ ਹੁੰਦਾ ਹੈ। ਸਰਬੱਤ ਖਾਲਸਾ ਜ਼ਿਆਦਾਤਰ 18ਵੀਂ ਸਦੀ ਦੇ ਵਿੱਚ ਪ੍ਰਚਲਿਤ ਹੋਇਆ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਬਾਅਦ ਮੁਗਲ ਹਕੂਮਤ ਸਿੱਖਾਂ ਉੱਤੇ ਬਹੁਤ ਹੀ ਜ਼ਿਆਦਾ ਤਸ਼ੱਦਦ ਕਰ ਰਹੀ ਸੀ। ਸਿੱਖ ਕੌਮ ਹਕੂਮਤ ਦੇ ਨਾਲ ਲੜਨ ਦੇ ਲਈ ਸਿੰਘ ਜੰਗਲਾਂ ਬੇਲਿਆਂ ਦੇ ਵਿੱਚ ਰਹਿੰਦੇ ਸਨ, ਜਿਸ ਵੇਲੇ ਉਸ ਵਕਤ ਇਹ ਦਸਤੂਰ ਬਣ ਗਿਆ ਕਿ ਦੀਵਾਲੀ ਅਤੇ ਵਿਸਾਖੀ ਦੇ ਮੌਕਿਆਂ ਦੇ ਉੱਤੇ ਸਿੱਖ ਕੌਮ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਇਕੱਤਰਤਾ ਕਰਿਆ ਕਰੇਗੀ। ਸੋ ਗੱਲ ਕਰਦੇ ਹਾਂ ਸਰਬੱਤ ਖਾਲਸਾ ਦੇ ਇਤਿਹਾਸ ਦੀ। ਹਾਲਾਂਕਿ ਇਹ ਪਰੰਪਰਾ ਸਿੱਖ ਗੁਰੂ ਸਾਹਿਬਾਨਾਂ ਵੇਲੇ ਹੀ ਪ੍ਰਚਲਿਤ ਸੀ, ਖਾਸ ਕਰਕੇ ਸ਼੍ਰੀ ਗੁਰੂ ਰਾਮਦਾਸ ਜੀ ਵੱਲੋਂ ਇਸ ਪ੍ਰਥਾ ਦੇ ਸ਼ੁਰੂ ਕਰਨ ਦੇ ਕੁਝ ਇਤਿਹਾਸਿਕ ਸਰੋਤ ਵੀ ਮਿਲਦੇ ਹਨ। ਉਸ ਵੇਲੇ ਸਿੱਖ ਸੰਗਤ ਦੀ ਇਕੱਤਰਤਾ ਕੀਤੀ ਜਾਂਦੀ ਸੀ, ਜਿਸ ਦੌਰਾਨ ਉਸ ਵੇਲੇ ਸਮਾਜ ਵਿੱਚ ਪ੍ਰਚਲਿਤ ਕੁਰੀਤੀਆਂ, ਕੁਝ ਪ੍ਰਥਾਵਾਂ ਅਤੇ ਮਸੰਦਾਂ ਨੇ ਜਿਸ ਤਰ੍ਹਾਂ ਦੇ ਨਾਲ ਉਸ ਵੇਲੇ ਧਾਰਮਿਕ ਢਾਂਚੇ ਨੂੰ ਵਿਗਾੜਿਆ ਹੋਇਆ ਸੀ, ਉਸ ਨੂੰ ਲੈ ਕੇ ਫੈਸਲੇ ਲਏ ਜਾਂਦੇ ਸੀ। ਪਰ 18ਵੀਂ ਸਦੀ ਦੇ ਵਿੱਚ ਇਹ ਸ਼ਬਦ ਪੂਰਨ ਤੌਰ ਦੇ ਉੱਤੇ ਪ੍ਰਚਲਿਤ ਹੋ ਗਿਆ, ਜਿਸ ਦੇ ਦੌਰਾਨ ਸਰਬੱਤ ਦਾ ਅਰਥ ਹੈ ਸਾਰਾ ਜਾਂ ਸਮੁੱਚਾ ਔਰ ਖਾਲਸਾ ਦਾ ਮਤਲਬ ਹੈ ਸ਼ੁੱਧ। ਸੋ ਸੰਕਲਪਿਤ ਤੌਰ ਤੇ ਇਹ ਖਾਲਸਾ ਸੰਗਤ ਦੇ ਨਾਲ ਜੁੜੀ ਹੋਈ ਇੱਕ ਪ੍ਰਥਾ ਹੈ ਜਿਸ ਦੇ ਵਿੱਚ ਸੰਕਲਪ ਅਤੇ ਸੰਸਥਾ ਦੋਵੇਂ ਹੀ ਆਉਂਦੇ ਹਨ। ਜੇਕਰ ਅਸੀਂ ਗੱਲ ਕਰੀਏ ਸ਼੍ਰੀ ਗੁਰੂ ਰਾਮਦਾਸ ਜੀ ਦੇ ਵੇਲੇ ਤੋਂ ਹੀ ਦੀਵਾਲੀ ਤੇ ਵਿਸਾਖੀ ਵੇਲੇ ਸਿੱਖ ਸੰਗਤ ਵੱਲੋਂ ਇਕੱਤਰਤਾ ਕੀਤੀ ਜਾਂਦੀ ਸੀ। ਸੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ 1708 ਈਸਵੀ ਦੇ ਵਿੱਚ ਸਿੱਖ ਮਿਸਲਾਂ ਦੇ ਵੱਲੋਂ ਪਹਿਲਾ ਸਰਬੱਤ ਖਾਲਸਾ ਬੁਲਾਇਆ ਗਿਆ ਸੀ। ਉਸ ਉਪਰੰਤ 1723 ਈਸਵੀ ਵਿੱਚ ਭਾਈ ਮਨੀ ਸਿੰਘ ਜੀ ਨੇ ਬੰਦਈਆਂ ਅਤੇ ਤਤ ਖਾਲਸੇ ਦਾ ਝਗੜਾ ਨਿਬੇੜਨ ਦੇ ਲਈ ਸਰਬੱਤ ਖਾਲਸਾ ਦੀਵਾਲੀ ਵਾਲੇ ਦਿਨ ਬੁਲਾਇਆ ਸੀ। ਸੋ ਤੀਜਾ ਸਰਬੱਤ ਖਾਲਸਾ 13 ਅਕਤੂਬਰ 1726 ਨੂੰ ਭਾਈ ਤਾਰਾ ਸਿੰਘ ਵਾਹ ਹੁਣਾਂ ਦੀ ਸ਼ਹੀਦੀ ਤੋਂ 4 ਮਹੀਨੇ ਬਾਅਦ ਵਿੱਚ ਬੁਲਾਇਆ ਗਿਆ, ਜਿਸ ਦੇ ਵਿੱਚ 3 ਬੜੇ ਹੀ ਅਹਿਮ ਗੁਰਮਤੇ ਪਾਸ ਕੀਤੇ ਗਏ। ਜਿਸ ਤਰ੍ਹਾਂ ਦੇ ਨਾਲ ਮੁਗਲਾਂ ਦੇ ਸੂਹੀਆ ਜਾਂ ਖੁਫੀਆ ਏਜੰਸੀਆਂ ਜੋ ਸਨ ਉਹ ਸਿੱਖਾਂ ਦਾ ਘਾਣ ਕਰ ਰਹੀਆਂ ਸਨ, ਉਹਨਾਂ ਦਾ ਖਾਤਮਾ ਸਿੰਘਾਂ ਵੱਲੋਂ ਕੀਤਾ ਜਾਏਗਾ। ਸਰਕਾਰੀ ਖਜ਼ਾਨੇ ਨੂੰ ਲੁੱਟਿਆ ਜਾਏਗਾ ਅਤੇ ਇਸ ਦੇ ਨਾਲ ਹੀ ਸਰਕਾਰੀ ਅਸਲਾ ਵੀ ਲੁੱਟਿਆ ਜਾਵੇਗਾ। ਇਹ 3 ਗੁਰਮਤੇ ਉਸ ਵੇਲੇ ਸਮੇਂ ਦੀ ਲੋੜ ਹੋਣ ਕਰਕੇ ਸਿੰਘਾਂ ਦੇ ਵੱਲੋਂ ਪਾਸ ਕੀਤੇ ਗਏ ਸੀ। ਅਗਲਾ ਸਰਬੱਤ ਖਾਲਸਾ 1733 ਈਸਵੀ ਦੇ ਵਿੱਚ ਲਾਹੌਰ ਦੇ ਸੂਬੇ ਵੱਲੋਂ ਭੇਜੀ ਗਈ ਜਗੀਰ ਨੂੰ ਪ੍ਰਵਾਨ ਕਰਨ ਦੇ ਲਈ ਬੁਲਾਇਆ ਗਿਆ ਸੀ। 14 ਅਕਤੂਬਰ 1745 ਈਸਵੀ ਵਿੱਚ ਵੀ ਸਰਬੱਤ ਖਾਲਸਾ ਬੁਲਾਇਆ ਗਿਆ, ਜਿਸ ਦੇ ਦੌਰਾਨ ਲੜਾਕੂ ਯੋਧਿਆਂ ਦੇ 25 ਜਥੇ, ਜਿਸ ਦੇ ਵਿੱਚ ਤਕਰੀਬਨ 100 ਆਦਮੀ ਸਨ, ਉਹਨਾਂ ਨੂੰ ਸ਼ਾਮਿਲ ਕਰਕੇ ਇਹ ਜਥੇ ਬਣਾਉਣ ਦਾ ਗੁਰਮਤਾ ਪਾਸ ਕੀਤਾ ਗਿਆ। ਇਹ ਸਭ ਹਕੂਮਤ ਦੇ ਜ਼ੁਲਮਾਂ ਦੇ ਖਿਲਾਫ ਲੜਨ ਦੇ ਲਈ ਵਿਉਂਤਬੰਦੀ ਕੀਤੀ ਜਾਂਦੀ ਰਹੀ ਸੀ ਇਸ ਸਰਬੱਤ ਖਾਲਸਾ ਦੇ ਦੌਰਾਨ। 29 ਮਾਰਚ 1748 ਈਸਵੀ ਵਿੱਚ ਸਰਬੱਤ ਖਾਲਸਾ ਬੁਲਾਇਆ ਗਿਆ।
ਇਹ ਇਕੱਤਰਤਾ ਬਹੁਤ ਹੀ ਅਹਿਮ ਸੀ ਕਿਉਂਕਿ ਇਸ ਦੇ ਵਿੱਚ ਸਿੱਖ ਮਿਸਲਾਂ ਦੇ ਝਗੜੇ ਨੂੰ ਨਿਬੇੜਿਆ ਗਿਆ ਸੀ। ਹਾਲਾਂਕਿ ਇਸ ਪਿੱਛੋਂ ਸਰਬੱਤ ਖਾਲਸਾ ਬੁਲਾਉਣ ਦਾ ਰੁਝਾਨ ਘਟ ਗਿਆ ਕਿਉਂਕਿ ਸਿੱਖ ਮਿਸਲਾਂ ਦੇ ਵਿੱਚ ਪ੍ਰੇਮ ਦੀ ਥਾਂ ਤੇ ਵੈਰ ਪੈਦਾ ਹੋਣ ਲੱਗ ਗਿਆ ਸੀ। ਪਹਿਲਾਂ ਸਿੱਖ ਮਿਸਲਾਂ ਰਲ ਕੇ ਹਕੂਮਤ ਦੇ ਖਿਲਾਫ ਲੜ ਰਹੀਆਂ ਸਨ, ਪਰ ਉਸ ਤੋਂ ਬਾਅਦ ਸਿੱਖ ਮਿਸਲਾਂ ਦੇ ਵਿੱਚ ਦੁਵੈਤ ਦੀ ਭਾਵਨਾ ਵਧਣ ਕਰਕੇ ਉਹ ਆਪਸ ਦੇ ਵਿੱਚ ਹੀ ਹੱਦਾਂ ਦੇ ਲਈ ਲੜਾਈ ਸ਼ੁਰੂ ਕਰ ਚੁੱਕੀਆਂ ਸੀ, ਜਿਸ ਕਰਕੇ ਸਰਬੱਤ ਖਾਲਸਾ ਦਾ ਰੁਝਾਨ ਲਗਾਤਾਰ ਘਟ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵਿੱਚ ਵੀ ਸਰਬੱਤ ਖਾਲਸਾ ਨਹੀਂ ਹੋਇਆ ਸੀ। ਹਾਲਾਂਕਿ ਕੁਝ ਸਰੋਤ ਕਹਿੰਦੇ ਹਨ ਕਿ ਉਸ ਵੇਲੇ ਰੋਕ ਸੀ, ਪਰ ਇਸ ਤੇ ਕੋਈ ਪੱਕੇ ਪ੍ਰਮਾਣ ਨਹੀਂ ਮਿਲਦੇ ਹਨ। ਪਰ ਇਸ ਦਾ ਕਾਰਨ ਸਿੱਖਾਂ ਦੇ ਆਪਣੇ ਰਾਜ ਦਾ ਵਿਸਥਾਰ ਵੀ ਹੋ ਸਕਦਾ ਹੈ। ਸੋ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਸਰਬੱਤ ਖਾਲਸਾ ਨਹੀਂ ਹੋਇਆ, ਪਰ 1805 ਈਸਵੀ ਦੇ ਵਿੱਚ ਜਸਵੰਤ ਸਿੰਘ ਰਾਓ ਨੂੰ ਲੈ ਕੇ ਇੱਕ ਸਰਬੱਤ ਖਾਲਸਾ ਜਾਂ ਕਹਿ ਲਓ ਸਿੱਖ ਸੰਗਤ ਦੀ ਇਕੱਤਰਤਾ ਜ਼ਰੂਰ ਕੀਤੀ ਗਈ ਸੀ। ਇਸ ਸਰਬੱਤ ਖਾਲਸੇ ਦੇ ਵਿੱਚ ਜਸਵੰਤ ਰਾਓ ਹੋਲਕਰ ਜੋ ਕਿ ਮਰਾਠਿਆਂ ਦੇ ਮੁਖੀ ਸਨ, ਜਿਨ੍ਹਾਂ ਨੂੰ ਬ੍ਰਿਟਿਸ਼ ਹਕੂਮਤ ਨੇ ਹਰਾ ਦਿੱਤਾ ਸੀ, ਸਿੱਖਾਂ ਨੇ ਉਹਨਾਂ ਦੀ ਮਦਦ ਕੀਤੀ ਸੀ। ਕੁਝ ਇਤਿਹਾਸਕਾਰ ਕਹਿੰਦੇ ਹਨ ਕਿ ਇਸ ਸਰਬੱਤ ਖਾਲਸਾ ਦੇ ਜ਼ਿਆਦਾ ਮਾਇਨੇ ਨਹੀਂ ਹਨ ਕਿਉਂਕਿ ਅੰਤਿਮ ਫੈਸਲਾ ਮਹਾਰਾਜਾ ਰਣਜੀਤ ਸਿੰਘ ਵੱਲੋਂ ਹੀ ਲਿਆ ਗਿਆ ਸੀ। 18 ਮਾਰਚ 1887 ਨੂੰ ਇੱਕ ਸਰਬੱਤ ਖਾਲਸਾ ਸਿੰਘ ਸਭਾ ਦੇ ਆਗੂ ਪ੍ਰੋਫੈਸਰ ਗੁਰਮੁਖ ਸਿੰਘ ਹੁਣਾਂ ਨੂੰ ਖਾਰਿਜ ਕਰਨ ਦੇ ਲਈ ਕੀਤਾ ਗਿਆ। ਅੰਗਰੇਜ਼ ਹਕੂਮਤ ਦਾ ਸਮਾਂ ਸੀ, ਜਿਸ ਕਰਕੇ ਸਿੱਖ ਸੰਗਤ ਨੇ ਇਸ ਸਰਬੱਤ ਖਾਲਸਾ ਦੇ ਗੁਰਮਤੇ ਨੂੰ ਪ੍ਰਵਾਨ ਨਹੀਂ ਕੀਤਾ। ਗੁਰੂਦੁਆਰਾ ਸੁਧਾਰ ਲਹਿਰ ਵੱਲੋਂ 1920 ਦੇ ਵਿੱਚ ਵੀ ਸਰਬੱਤ ਖਾਲਸਾ ਕੀਤਾ ਗਿਆ। ਹਾਲਾਂਕਿ ਕੁਝ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਇਹ ਸਰਬੱਤ ਖਾਲਸਾ ਇੱਕ ਸਦੀ ਬਾਅਦ ਹੋਇਆ ਸੀ, ਯਾਨੀ ਕਿ 1748 ਤੋਂ ਬਾਅਦ 1920 ਦੇ ਵਿੱਚ ਜਾ ਕੇ ਸਰਬੱਤ ਖਾਲਸਾ ਹੋਇਆ ਸੀ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਅਤੇ ਅੰਗਰੇਜ਼ ਹਕੂਮਤ ਦੇ ਵੱਲੋਂ ਲਏ ਗਏ ਫੈਸਲਿਆਂ ਸਮੇਂ ਹੋਏ ਸਰਬੱਤ ਖਾਲਸੇ ਦੇ ਮਤੇ ਨੂੰ ਸਿੱਖ ਕੌਮ ਨੇ ਪ੍ਰਵਾਨਿਤ ਨਹੀਂ ਕੀਤਾ ਸੀ। 15 ਨਵੰਬਰ 1920 ਦੇ ਵਿੱਚ ਵੀ ਅਕਾਲ ਤਖਤ ਸਾਹਿਬ ਤੇ ਸਰਬੱਤ ਖਾਲਸਾ ਸੇਵਕ ਗੁਰਬਖਸ਼ ਸਿੰਘ ਵੱਲੋਂ ਸੱਦਿਆ ਗਿਆ ਸੀ। 10 ਜੂਨ 1926 ਵਿੱਚ ਗੁਰਦੁਆਰਾ ਐਕਟ ਤੇ ਮਤਾ ਪਾਸ ਕਰਨ ਦੇ ਲਈ ਸਰਬੱਤ ਖਾਲਸਾ ਸੱਦਿਆ ਗਿਆ ਸੀ। ਹਾਲਾਂਕਿ ਇਸ ਤੋਂ ਬਾਅਦ ਇੱਕ ਸਰਬੱਤ ਖਾਲਸਾ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਬਾਹਰ ਸਰਹੰਦ ਵਿਖੇ ਵੀ ਬੁਲਾਇਆ ਗਿਆ ਸੀ, ਪਰ ਇਸ ਤੋਂ ਬਾਅਦ ਇਹ ਇਕੱਠ ਬੰਦ ਹੋ ਗਏ। ਇਸ ਤੋਂ ਬਾਅਦ ਸਰਬੱਤ ਖਾਲਸਾ 26 ਜਨਵਰੀ 1986 ਨੂੰ ਹੋਇਆ। ਇਹ ਸਰਬੱਤ ਖਾਲਸਾ ਬਹੁਤ ਹੀ ਅਹਿਮ ਸੀ ਕਿਉਂਕਿ ਇਸ ਤੋਂ ਪਹਿਲਾਂ 3 ਜੂਨ 1984 ਨੂੰ ਸ਼੍ਰੀ ਦਰਬਾਰ ਸਾਹਿਬ ਦੇ ਉੱਤੇ ਭਾਰਤੀ ਹਕੂਮਤ ਵੱਲੋਂ ਹਮਲਾ ਕੀਤਾ ਗਿਆ ਸੀ, ਜਿਸ ਮਗਰੋਂ ਇਸ ਸਰਬੱਤ ਖਾਲਸਾ ਦੇ ਦੌਰਾਨ ਮਤਾ ਪਾ ਕੇ ਸ਼੍ਰੋਮਣੀ ਕਮੇਟੀ ਨੂੰ ਭੰਗ ਕੀਤਾ ਗਿਆ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਦੀ ਸੇਵਾ ਦਮਦਮੀ ਟਕਸਾਲ ਨੂੰ ਸੌਂਪ ਦਿੱਤੀ ਗਈ। ਇਸ ਮਗਰੋਂ ਇਸੇ ਸਾਲ ਹੀ 16 ਫਰਵਰੀ 1986 ਨੂੰ ਫਿਰ ਇੱਕ ਸਰਬੱਤ ਖਾਲਸਾ ਕੀਤਾ ਗਿਆ, ਜਿਸ ਦਾ ਮਕਸਦ ਸੀ ਭਰਾ ਮਾਰੂ ਜੰਗ ਨੂੰ ਰੋਕਣਾ, ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਪਰਪੱਕ ਕਰਨਾ ਅਤੇ ਨਾਲ ਹੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਿਰਮਾਣ ਦੇ ਲਈ ਆਉਣ ਵਾਲੀ ਸਰਕਾਰੀ ਮਦਦ ਦੇ ਉੱਤੇ ਰੋਕ ਲਗਾ ਦਿੱਤੀ ਗਈ ਸੀ। ਸਿੱਖ ਕੌਮ ਵੱਲੋਂ ਸਰਕਾਰ ਦੀ ਇਸ ਮਦਦ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਸੀ। ਫੈਸਲਾ ਲਿਆ ਗਿਆ ਸੀ ਕਿ ਸਿੱਖ ਕੌਮ ਸ਼੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਤੇ ਹੋਰ ਜੋ ਵੀ ਸ਼੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਹਿੱਸੇ ਨੁਕਸਾਨੇ ਗਏ ਹਨ, ਉਹਨਾਂ ਦੀ ਮੁਰੰਮਤ ਕਾਰ ਸੇਵਾ ਦੁਆਰਾ ਹੀ ਕਰਾਏਗੀ। 26 ਜਨਵਰੀ 1987 ਨੂੰ ਇੱਕ ਸਰਬੱਤ ਖਾਲਸਾ ਹੋਇਆ, ਜਿਸ ਦੇ ਦੌਰਾਨ ਪ੍ਰੋਫੈਸਰ ਦਰਸ਼ਨ ਸਿੰਘ ਹੁਣਾਂ ਨੂੰ ਕਾਰਜਕਾਰੀ ਜਥੇਦਾਰ ਲਗਾਇਆ ਗਿਆ ਅਤੇ ਇਸੇ ਦੌਰਾਨ ਹੀ ਜਸਬੀਰ ਸਿੰਘ ਰੋਡੇ ਦੀ ਵੀ ਨਿਯੁਕਤੀ ਕੀਤੀ ਗਈ। ਇਤਿਹਾਸ ਵਿੱਚ ਸ਼ਾਮਿਲ ਆਖਰੀ ਸਰਬੱਤ ਖਾਲਸਾ 13 ਨਵੰਬਰ 2015 ਦੇ ਵਿੱਚ ਬੁਲਾਇਆ ਗਿਆ, ਜਿਸ ਨੂੰ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸਿਮਰਨਜੀਤ ਸਿੰਘ ਮਾਨ ਅਤੇ ਯੂਨਾਈਟਿਡ ਅਕਾਲੀ ਦਲ ਦੇ ਆਗੂ ਭਾਈ ਮੋਕਮ ਸਿੰਘ ਹੁਣਾਂ ਨੇ ਬੁਲਾਇਆ। ਇਸ ਸਰਬੱਤ ਖਾਲਸਾ ਦੇ ਦੌਰਾਨ 13 ਅਹਿਮ ਮਤੇ ਪਾਸ ਕੀਤੇ ਗਏ। ਗੱਲ ਕਰਦੇ ਹਾਂ ਸਰਬੱਤ ਖਾਲਸਾ ਦੀ ਵਿਧੀ ਦੀ। ਜੋਹਨ ਮੈਲਕਮ ਦੀ ਕਿਤਾਬ ਦ ਸਕੈਚ ਆਫ ਸਿਕਸ ਦੇ ਵਿੱਚ ਵੀ ਉਹਨਾਂ ਨੇ ਇਸ ਦੇ ਬਾਰੇ ਦੇ ਵਿੱਚ ਲਿਖਿਆ ਹੈ। ਉਹਨਾਂ ਦਾ ਕਹਿਣਾ ਹੈ ਕਿ ਸਰਬੱਤ ਖਾਲਸਾ ਸਿਰਫ ਤੇ ਸਿਰਫ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਹੀ ਬੁਲਾਇਆ ਜਾ ਸਕਦਾ ਹੈ। ਇਸ ਦੌਰਾਨ ਸਭ ਤੋਂ ਪਹਿਲਾਂ ਇਸ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ
ਪ੍ਰਤੀਨਿਧ ਅਤੇ ਪਤਵੰਤੇ ਆਗੂ ਇਸ਼ਨਾਨ ਕਰਦੇ ਹਨ, ਅਰਦਾਸ ਕਰਦੇ ਹਨ। ਉਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਜਿੱਥੇ ਕਿ ਇੱਕ ਸਿੰਘ ਤਾਬਿਆਂ ਤੇ ਬੈਠਾ ਹੁੰਦਾ ਹੈ, ਅਰਦਾਸ ਮਗਰੋਂ ਜੋ ਸਿੱਖ ਸੰਗਤ ਇਕੱਤਰਿਤ ਹੁੰਦੀ ਹੈ ਜਾਂ ਜੋ ਪ੍ਰਤੀਨਿਧ ਇਕੱਤਰਿਤ ਹੁੰਦੇ ਹਨ, ਉਹਨਾਂ ਦੇ ਵੱਲੋਂ ਆਪਸ ਦੇ ਵਿੱਚ ਸੰਵਾਦ ਰਚਾਇਆ ਜਾਂਦਾ ਹੈ। ਇਸ ਦੌਰਾਨ ਸੰਗਤ ਉਸ ਵੇਲੇ ਸਿੱਖ ਕੌਮ ਨੂੰ ਦਰਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਬਾਰੇ ਵਿੱਚ ਗੱਲਬਾਤ ਕੀਤੀ ਜਾਂਦੀ ਹੈ ਅਤੇ ਸਰਬਸੰਮਤੀ ਦੇ ਨਾਲ ਫੈਸਲੇ ਲਏ ਜਾਂਦੇ ਹਨ। ਇਸੇ ਹੀ ਸਰਬਸੰਮਤੀ ਨਾਲ ਲਏ ਗਏ ਸੰਗਤ ਦੇ ਫੈਸਲੇ ਨੂੰ ਗੁਰਮਤਾ ਕਿਹਾ ਜਾਂਦਾ ਹੈ, ਜਿਸ ਦੇ ਉੱਤੇ ਸਰਬੱਤ ਖਾਲਸੇ ਮਗਰੋਂ ਸਮੂਹ ਸਿੱਖ ਸੰਗਤ ਨੇ ਅਮਲ ਕਰਨਾ ਹੁੰਦਾ ਹੈ। ਸੋ ਗੱਲ ਕਰਦੇ ਹਾਂ ਸਰਬੱਤ ਖਾਲਸਾ ਦੇ ਸ਼ਾਬਦਿਕ ਅਰਥਾਂ ਦੀ। ਸਰਬੱਤ ਦਾ ਮਤਲਬ ਹੈ ਸਾਰਾ ਜਾਂ ਸਮੁੱਚਾ, ਖਾਲਸਾ ਦਾ ਅਰਥ ਹੈ ਸ਼ੁੱਧ। ਸੋ ਇਹ ਇੱਕ ਹਿਸਾਬ ਨਾਲ ਸੰਕਲਪਿਤ ਤੌਰ ਤੇ ਖਾਲਸਾ ਸੰਗਤ ਨੂੰ ਸਮਰਪਿਤ ਹੈ, ਜਿਸ ਦੇ ਵਿੱਚ ਸੰਸਥਾ ਅਤੇ ਸੰਕਲਪ ਦੋਵੇਂ ਹਨ। ਸੋ ਸਰਬੱਤ ਖਾਲਸਾ ਸਿੱਖ ਕੌਮ ਨੂੰ ਉਸ ਵੇਲੇ ਦੀਆਂ ਦਰਪੇਸ਼ ਰਾਜਨੀਤਿਕ ਅਤੇ ਧਾਰਮਿਕ ਮੁਸ਼ਕਿਲਾਂ, ਆਉਣ ਵਾਲੇ ਸਮੇਂ ਦੀਆਂ ਚੁਣੌਤੀਆਂ ਨੂੰ ਲੈ ਕੇ ਇੱਕ ਇਕੱਤਰਤਾ ਨੂੰ ਜਿਹੜਾ ਹੈ ਸਰਬੱਤ ਖਾਲਸਾ ਕਿਹਾ ਜਾਂਦਾ ਹੈ, ਜਿਸ ਦੌਰਾਨ ਜੋ ਵੀ ਫੈਸਲਾ ਲਿਆ ਜਾਂਦਾ ਹੈ ਉਸ ਨੂੰ ਗੁਰਮਤਾ ਕਿਹਾ ਜਾਂਦਾ ਹੈ। ਹਾਲਾਂਕਿ ਜੇਕਰ ਅਸੀਂ ਗੱਲ ਕਰੀਏ ਹੁਣ ਤੱਕ ਦੇ ਸਰਬੱਤ ਖਾਲਸੇ ਦੀ, ਤੇ ਇਸ ਦੇ ਵਿੱਚ ਸਾਰੇ ਦੇ ਸਾਰੇ ਸਿੱਖ ਸੰਗਠਨ, ਸਿੱਖ ਦਲ ਜਿਹੜੇ ਹਨ ਉਹ ਆਪਣੀ ਸ਼ਮੂਲੀਅਤ ਕਰਦੇ ਹਨ। ਇਸ ਤੋਂ ਪਹਿਲਾਂ ਦਲ ਖਾਲਸਾ, ਸਿੱਖ ਮਿਸਲਾਂ ਅਤੇ ਸਿੱਖ ਸਲਤਨਤ ਦੇ ਵੱਲੋਂ ਸਰਬੱਤ ਖਾਲਸਾ ਕੀਤਾ ਜਾਂਦਾ ਸੀ। ਸਾਡੀ ਇਹ ਕੋਸ਼ਿਸ਼ ਸੀ ਕਿ ਅਸੀਂ ਇਹ ਇਤਿਹਾਸ ਤੁਹਾਡੇ ਸਾਹਮਣੇ ਲੈ ਕੇ ਆਈਏ ਕਿ ਸਰਬੱਤ ਖਾਲਸਾ ਦੀ ਇਤਿਹਾਸਿਕ ਮਹੱਤਤਾ ਕੀ ਹੈ, ਕਿਸ ਤਰ੍ਹਾਂ ਦੇ ਨਾਲ ਸਿੱਖੀ ਸੰਕਲਪਾਂ ਨੂੰ ਸਭ ਤੋਂ ਉੱਪਰ ਰੱਖ ਕੇ ਸਿੱਖ ਕੌਮ ਦੇ ਹਿੱਤ ਵਿੱਚ ਗੁਰਮਤੇ ਫੈਸਲੇ ਲੈਣ ਦੇ ਲਈ ਸਰਬੱਤ ਖਾਲਸਾ ਕੀਤਾ ਜਾਂਦਾ ਹੈ। ਸੋ ਤੁਹਾਡੀ ਜਿਸ ਤਰ੍ਹਾਂ ਦੇ ਨਾਲ ਅੰਮ੍ਰਿਤਪਾਲ ਸਿੰਘ ਵੱਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਸਰਬੱਤ ਖਾਲਸਾ ਬੁਲਾਉਣ ਦੀ ਅਪੀਲ ਕੀਤੀ ਗਈ ਹੈ, ਉਸ ਨੂੰ ਲੈ ਕੇ ਕੀ ਰਾਏ ਹੈ? ਕੀ ਤੁਹਾਨੂੰ ਲੱਗਦਾ ਹੈ ਕਿ ਇਸ ਵੇਲੇ ਵਾਕਿਆ ਹੀ ਕੌਮ ਦੇ ਉੱਤੇ ਇੰਨੀ ਵੱਡੀ ਮੁਸੀਬਤ ਬਣੀ ਹੋਈ ਹੈ ਕਿ ਇਸ ਨੂੰ ਲੈ ਕੇ ਸਰਬੱਤ ਖਾਲਸਾ ਹੋਣਾ ਚਾਹੀਦਾ ਹੈ? ਤੁਹਾਡੇ ਕੀ ਸੁਝਾਅ ਹਨ, ਜਾਂ ਫਿਰ ਕਿੰਨਾ ਪਿਛਲੇ ਦਹਾਕਿਆਂ ਦੇ ਵਿੱਚ ਹੋਏ ਮਸਲਿਆਂ ਨੂੰ ਲੈ ਕੇ ਸਰਬੱਤ ਖਾਲਸਾ ਹੋਣਾ ਚਾਹੀਦਾ ਸੀ ਪਰ ਨਹੀਂ ਹੋਇਆ? ਅਸੀਂ ਚਾਹੁੰਦੇ ਹਾਂ ਤੁਸੀਂ ਆਪਣੇ ਸੁਝਾਅ ਸਾਨੂੰ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਦਿਓ। ਅਸੀਂ ਇਹ तमाम ਜਾਣਕਾਰੀ ਤੁਹਾਡੇ ਤੱਕ ਲੈ ਕੇ ਆਉਂਦੇ ਰਹਾਂਗੇ। ਜੁੜੇ ਰਹਿਣਾ ਸਪੋਕਸਮੈਨ ਟੀਵੀ ਦੇ ਨਾਲ। ਫਿਲਹਾਲ ਮੈਨੂੰ ਅਰਪਨ ਕੌਰ ਨੂੰ ਦਿਓ ਆਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।